ਜਮਾਤ ਦੀ ਪੰਜਾਬੀ ਭਾਸ਼ਾ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਵਿਆਕਰਨ ਦਾ ਇੱਕ ਟੌਪਿਕ ਭਾਸ਼ਾ ਜਾਂ ਬੋਲੀ ਦੇ ਬਾਰੇ ਵਿੱਚ ਪੜ੍ਹਾਂਗੇ। ਅਸਲ ਵਿੱਚ ਭਾਸ਼ਾ ਹੈ ਕੀ? ਜਦੋਂ ਅਸੀਂ ਆਪਣੇ ਵਿਚਾਰ ਇੱਕ ਦੂਜੇ ਦੇ ਨਾਲ ਬੋਲ ਕੇ ਜਾਂ ਲਿਖ ਕੇ ਸਾਂਝੇ ਕਰਦੇ ਹਾਂ ਤਾਂ ਉਦੋਂ ਅਸੀਂ ਭਾਸ਼ਾ ਦਾ ਪ੍ਰਯੋਗ ਕਰਦੇ ਹਾਂ। ਜਦੋਂ ਮਨੁੱਖ ਇਸ ਧਰਤੀ ਉੱਤੇ ਆਇਆ ਤਾਂ ਉਹ ਬਿਲਕੁਲ ਜਾਨਵਰਾਂ ਦੀ ਤਰ੍ਹਾਂ ਸੀ। ਉਸਨੂੰ ਆਦਿ ਮਨੁੱਖ ਕਿਹਾ ਜਾਂਦਾ ਸੀ। ਉਸਨੂੰ ਨਾ ਤਾਂ ਬੋਲਣਾ ਆਉਂਦਾ ਸੀ, ਨਾ ਖਾਣਾ ਪੀਣਾ, ਨਾ ਰਹਿਣ ਸਹਿਣ, ਨਾ ਉਸਨੂੰ ਚੱਲਣਾ ਫਿਰਨਾ ਆਉਂਦਾ ਸੀ। ਉਸ ਦੀ ਸ਼ਕਲ ਵੀ ਬਿਲਕੁਲ ਜਾਨਵਰਾਂ ਵਰਗੀ ਹੀ ਲੱਗਦੀ ਸੀ ਅਤੇ ਉਹ ਜਾਨਵਰਾਂ ਵਰਗਾ ਹੀ ਵਿਵਹਾਰ ਕਰਦਾ ਸੀ। ਉਹ ਜਾਨਵਰਾਂ ਦੀ ਤਰ੍ਹਾਂ ਹੀ ਜੰਗਲਾਂ ਦੇ ਵਿੱਚ ਰਹਿੰਦਾ ਹੋਇਆ ਕੱਚਾ ਮਾਸ ਖਾਂਦਾ ਅਤੇ ਆਪਣਾ ਢਿੱਡ ਭਰਦਾ ਸੀ। ਮਨੁੱਖ ਜਿਵੇਂ ਜਿਵੇਂ ਤਰੱਕੀ ਦੀ ਰਾਹ 'ਤੇ ਪਿਆ, ਕੁਦਰਤ ਨੇ ਉਸਨੂੰ ਸੋਝੀ ਬਖਸ਼ੀ ਤਾਂ ਉਸਨੇ ਹੌਲੀ ਹੌਲੀ ਆਪਣੇ ਆਪ ਨੂੰ ਉਹਨਾਂ ਜਾਨਵਰਾਂ ਤੋਂ ਨਿਖੇੜਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੀ ਬੁੱਧੀ ਨੂੰ ਵਰਤਣਾ ਸ਼ੁਰੂ ਕਰ ਦਿੱਤਾ। ਉਸਨੇ ਜਾਨਵਰਾਂ ਵਾਲੀ ਭਾਸ਼ਾ ਨੂੰ ਬੋਲਣਾ ਹੌਲੀ ਹੌਲੀ ਤਿਆਗਣਾ ਸ਼ੁਰੂ ਕਰ ਦਿੱਤਾ। ਤਾਂ ਜਦੋਂ ਉਸਦੀ ਬੋਲੀ ਦਾ ਵਿਕਾਸ ਹੋਇਆ, ਉਸਨੇ ਆਪਣੇ ਆਪ ਨੂੰ ਜਾਨਵਰਾਂ ਨਾਲੋਂ ਨਿਖੇੜ ਲਿਆ ਅਤੇ ਆਪਣੀ ਤੀਖਣ ਬੁੱਧੀ ਦਾ ਪ੍ਰਮਾਣ ਦਿੱਤਾ। ਬੋਲੀ ਦਾ ਇਹ ਰੂਪ ਵਿਕਾਸ ਕਰਦਾ ਹੋਇਆ ਹੀ ਅੱਜ ਸਾਡੇ ਸਾਹਮਣੇ ਪਹੁੰਚਿਆ ਹੈ। ਜੋ ਅਸੀਂ ਅੱਜ ਦੀ ਬੋਲੀ ਬੋਲ ਰਹੇ ਹਾਂ, ਅੱਜ ਅਸੀਂ ਆਪਣੀ ਰੋਜ਼ਾਨਾ ਜੀਵਨ ਜ਼ਿੰਦਗੀ ਦੇ ਵਿੱਚ ਜੋ ਭਾਸ਼ਾ ਦਾ ਪ੍ਰਯੋਗ ਕਰਦੇ ਹਾਂ, ਉਹ ਸਾਡੇ ਭਾਸ਼ਾ ਦਾ ਇੱਕ ਵਿਕਸਿਤ ਰੂਪ ਹੈ। ਤੁਸੀਂ ਦੇਖੋ ਕਿ ਆਦਿ ਜਦੋਂ ਮਨੁੱਖ ਇੱਕ ਜਾਨਵਰਾਂ ਦੀ ਤਰ੍ਹਾਂ ਲੱਗਦਾ ਸੀ ਤਾਂ ਉਸ ਤੋਂ ਬਾਅਦ ਅੱਜ ਦਾ ਮਨੁੱਖ ਹੈ ਜੋ ਕਿ ਅਜੋਕੇ ਸਮਾਜ ਦੇ ਵਿੱਚ ਰਹਿੰਦਾ ਹੋਇਆ ਅਜੋਕੀ ਭਾਸ਼ਾ ਦਾ ਪ੍ਰਯੋਗ ਕਰਦਾ ਹੈ। ਅਤੇ ਉਹਦੇ ਨਾਲ ਹੀ ਬਿਲਕੁਲ ਇੱਕ ਛੋਟਾ ਜਿਹਾ ਬੱਚਾ ਦਿਖਾਇਆ ਹੋਇਆ ਹੈ ਜੋ ਇੱਕ ਮੋਬਾਈਲ ਫੋਨ ਦੀ ਵਰਤੋਂ ਕਰਦਾ ਹੋਇਆ ਆਪਣੀ ਭਾਸ਼ਾ ਦਾ ਪ੍ਰਯੋਗ ਕਰਦਾ ਹੈ। ਅਸਲ ਵਿੱਚ ਬੋਲੀ ਦਾ ਵਿਕਾਸ ਜਾਂ ਜਨਮ ਕਿਵੇਂ ਹੋਇਆ, ਇਸ ਦੇ ਬਾਰੇ ਵਿੱਚ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹੁੰਦੇ ਹਨ। ਕੋਈ ਵਿਦਵਾਨ ਇਹ ਕਹਿੰਦੇ ਹਨ ਕਿ ਬੋਲੀ ਇੱਕ ਰੱਬੀ ਦੇਣ ਹੈ, ਪਰ ਜੇ ਇਹ ਰੱਬੀ ਦੇਣ ਹੁੰਦੀ ਤਾਂ ਮਨੁੱਖ ਜੋ ਹੈ, ਬੱਚਾ ਜੋ ਹੈ, ਉਹ ਬਿਲਕੁਲ ਜਨਮ ਲੈਂਦੇ ਸਾਰ ਹੀ ਬੋਲਣਾ ਸ਼ੁਰੂ ਕਰ ਦਿੰਦਾ। ਪਰ ਹੁੰਦਾ ਕੀ ਹੈ ਕਿ ਬੱਚਾ ਜਦੋਂ ਹੌਲੀ ਹੌਲੀ ਵੱਡਾ ਹੁੰਦਾ ਹੈ ਤਾਂ ਉਹ ਸਮਾਜ ਦੇ ਵਿੱਚ, ਉਹ ਆਪਣੇ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਹੌਲੀ ਹੌਲੀ ਉਸ ਭਾਸ਼ਾ ਨੂੰ ਸਿੱਖਦਾ ਹੈ ਜੋ ਉਸਦੀ ਪਰਿਵਾਰਿਕ ਭਾਸ਼ਾ ਹੁੰਦੀ ਹੈ। ਦੂਜੇ ਪਾਸੇ ਕੁਝ ਵਿਦਵਾਨਾਂ ਦਾ ਇਹ ਵਿਚਾਰ ਹੁੰਦਾ ਹੈ ਕਿ ਜਾਨਵਰਾਂ ਅਤੇ ਕੁਦਰਤੀ ਵਸਤੂਆਂ ਦੀਆਂ ਆਵਾਜ਼ਾਂ ਦੀ ਨਕਲ ਕਰਨ ਦੇ ਨਾਲ ਹੀ ਬੋਲੀ ਜੋ ਹੈ ਹੋਂਦ ਵਿੱਚ ਆਈ। ਮਨੁੱਖ ਨਕਲ ਕਰਕੇ ਸਿੱਖਦਾ ਹੈ, ਉਹ ਦੂਜਿਆਂ ਦੀਆਂ ਆਵਾਜ਼ਾਂ ਨੂੰ ਸੁਣ ਕੇ ਸਿੱਖਦਾ ਹੈ। ਇਹ ਵੀ ਇੱਕ ਸੋਚਣ ਵਾਲੀ ਗੱਲ ਹੈ। ਤਾਂ ਅਸੀਂ ਕਿਸੇ ਵੀ ਮੱਤ ਦੇ ਉੱਤੇ ਇੱਕ ਰਾਏ ਨਹੀਂ ਦੇ ਸਕਦੇ। ਤਾਂ ਇਹ ਕਹਿ ਸਕਦੇ ਹਾਂ ਕਿ ਬੋਲੀ ਦਾ ਵਿਕਾਸ ਹੌਲੀ ਹੌਲੀ ਕਈ ਮਤਾਂ ਦੇ ਨਾਲ ਮਿਲ ਕੇ ਹੋਇਆ। ਤੁਸੀਂ ਅੱਗੇ ਦੇਖੋ ਕਿ ਬੋਲੀ ਦੀਆਂ ਕਿਸਮਾਂ ਕੀ ਹੁੰਦੀਆਂ ਹਨ। ਬੋਲੀ 2 ਪ੍ਰਕਾਰ ਦੀ ਹੁੰਦੀ ਹੈ। ਪੰਜਾਬੀ ਵਿਆਕਰਨ ਦੀਆਂ ਜੋ ਭਾਸ਼ਾ ਦੀਆਂ ਕਿਸਮਾਂ ਹਨ, ਉਹ ਇੱਕ ਹੈ ਬੋਲਚਾਲ ਦੀ ਬੋਲੀ ਅਤੇ ਦੂਜਾ ਹੈ ਲਿਖਤੀ ਜਾਂ ਸਾਹਿਤਕ ਬੋਲੀ। ਬੋਲਚਾਲ ਦੀ ਬੋਲੀ ਉਹ ਹੁੰਦੀ ਹੈ ਜੋ ਅਸੀਂ ਮੂੰਹ ਦੇ ਨਾਲ ਬੋਲ ਕੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਦੇ ਹੋਏ ਵਰਤਦੇ ਹਾਂ। ਇਹ ਬਹੁਤੀ ਸ਼ੁੱਧ ਨਹੀਂ ਹੁੰਦੀ ਕਿਉਂਕਿ ਹਰ ਇਲਾਕੇ ਦਾ ਆਪਣੀ ਭਾਸ਼ਾ ਦੇ ਉੱਤੇ ਅਸਰ ਹੁੰਦਾ ਹੈ। ਦੂਜੀ ਜੋ ਬੋਲੀ ਹੈ ਉਹ ਲਿਖਤੀ ਜਾਂ ਸਾਹਿਤਕ ਬੋਲੀ ਹੈ। ਜੋ ਅਸੀਂ ਗੱਲਬਾਤ ਕਿਸੇ ਦੇ ਨਾਲ ਲਿਖ ਕੇ ਸਾਂਝੀ ਕਰਦੇ ਹਾਂ, ਉਹ ਲਿਖਤੀ ਬੋਲੀ ਅਖਵਾਉਂਦੀ ਹੈ। ਇਹ ਕਾਫੀ ਸ਼ੁੱਧ ਅਤੇ ਵਿਆਕਰਨਿਕ ਨਿਯਮਾਂ ਦੇ ਵਿੱਚ ਬੱਝੀ ਹੁੰਦੀ ਹੈ। ਲੇਖਕ ਜਾਂ ਜੋ ਸਾਹਿਤਕਾਰ ਹੁੰਦੇ ਹਨ, ਉਹ ਆਪਣੀ ਰਚਨਾਵਾਂ ਦੇ ਵਿੱਚ ਇਸੇ ਲਿਖਤੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ। ਅੱਗੇ ਦੇਖੋ ਉਪਭਾਸ਼ਾ। ਬੋਲੀ ਹਰ 12 ਕੋਹ 'ਤੇ ਜਾ ਕੇ ਬਦਲ ਜਾਂਦੀ ਹੈ ਕਿਉਂਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਭਾਸ਼ਾ ਪ੍ਰਚਲਿਤ ਹੁੰਦੀ ਹੈ। ਵੱਖ-ਵੱਖ ਭਾਸ਼ਾ ਦੇ ਵੱਖ-ਵੱਖ ਸ਼ਬਦ ਪ੍ਰਚਲਿਤ ਹੁੰਦੇ ਹਨ ਅਤੇ ਉਹ ਲੋਕ
ਆਪਣੇ ਇਲਾਕੇ ਦੇ ਅਨੁਸਾਰ ਭਾਸ਼ਾ ਦੇ ਨਵੇਂ ਜੋ ਸ਼ਬਦ ਹੁੰਦੇ ਹਨ ਉਹ ਆਪਣੀ ਸਹੂਲਤ ਦੇ ਅਨੁਸਾਰ ਘੜ ਲੈਂਦੇ ਹਨ। ਉਸੇ ਨੂੰ ਹੀ ਉਪਬੋਲੀ ਦਾ ਰੂਪ ਕਿਹਾ ਜਾਂਦਾ ਹੈ। ਪੰਜਾਬੀ ਭਾਸ਼ਾਈ ਖੇਤਰ ਵਿੱਚ ਵੱਖ-ਵੱਖ ਸ਼ਬਦਾਂ ਦੇ ਪ੍ਰਚਲਿਤ ਹੋਣ ਨਾਲ ਪੰਜਾਬੀ ਦੀਆਂ ਕਈ ਉਪਭਾਸ਼ਾਵਾਂ ਪੈਦਾ ਹੋ ਗਈਆਂ ਹਨ। ਪੰਜਾਬੀ ਭਾਸ਼ਾ ਦੀਆਂ ਕਿਹੜੀਆਂ-ਕਿਹੜੀਆਂ ਉਪਭਾਸ਼ਾਵਾਂ ਹਨ? ਪੰਜਾਬੀ ਭਾਸ਼ਾ ਦੇ ਜੋ ਖੇਤਰ ਹਨ ਦੁਆਬਾ, ਮਾਲਵਾ, ਮਾਝਾ, ਪੁਆਧ ਅਤੇ ਪੁਰਾਣੇ ਜੋ ਪੰਜਾਬ ਦੇ ਮੁਲਤਾਨ ਅਤੇ ਪੋਠੋਹਾਰ ਦੇ ਖੇਤਰ ਵੀ ਇਸ ਦੇ ਵਿੱਚ ਗਿਣੇ ਜਾਂਦੇ ਹਨ। ਪਰ ਅਸਲ ਵਿੱਚ ਅੱਜ ਦੇ ਪੰਜਾਬ ਦੇ ਇਹ 4 ਹੀ ਖੇਤਰ ਹਨ: ਦੁਆਬਾ, ਮਾਝਾ, ਮਾਲਵਾ ਅਤੇ ਪੁਆਧ। ਪੰਜਾਬੀ ਭਾਸ਼ਾ ਪੰਜਾਬ ਪ੍ਰਾਂਤ ਦੀ ਕੇਂਦਰੀ ਭਾਸ਼ਾ ਹੈ। ਇਸ ਨੂੰ ਰਾਜ ਭਾਸ਼ਾ ਵੀ ਕਿਹਾ ਜਾਂਦਾ ਹੈ ਕਿਉਂਕਿ ਹਰ ਰਾਜ ਦੀ ਆਪਣੀ ਇੱਕ ਭਾਸ਼ਾ ਹੁੰਦੀ ਹੈ। ਇਸੇ ਦੇ ਤਹਿਤ ਹੀ ਉਪਭਾਸ਼ਾਵਾਂ ਪੈਦਾ ਹੁੰਦੀਆਂ ਹਨ। ਮਾਝੇ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਾਝੀ ਉਪਭਾਸ਼ਾ ਕਿਹਾ ਜਾਂਦਾ ਹੈ, ਜੋ ਕਿ ਦਰਿਆ ਬਿਆਸ ਅਤੇ ਰਾਵੀ ਦੇ ਵਿਚਕਾਰਲੇ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ। ਇਹ ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ ਆਦਿ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ। ਇੱਥੋਂ ਦਾ ਇਲਾਕਾ ਮਾਝੇ ਦਾ ਇਲਾਕਾ ਅਖਵਾਉਂਦਾ ਹੈ। ਇੱਥੋਂ ਦੇ ਲੋਕ ਅੱਗੇ ਪਿੱਛੇ ਨੂੰ ਅਗਾੜੀ ਪਿਛਾੜੀ ਜਾਂ ਗਾੜੀ ਪਿਛਾੜੀ ਬੋਲਦੇ ਹਨ। ਇਹਨਾਂ ਸ਼ਬਦਾਂ ਦਾ ਇਹ ਆਮ ਪ੍ਰਯੋਗ ਕਰਦੇ ਹਨ। ਅਗਲਾ ਜੋ ਆਪਣਾ ਖੇਤਰ ਹੈ ਉਹ ਹੈ ਦੁਆਬਾ। ਦੁਆਬੇ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਦੁਆਬੀ ਕਿਹਾ ਜਾਂਦਾ ਹੈ। ਇਸ ਦੇ ਇਲਾਕੇ ਸਤਲੁਜ ਅਤੇ ਬਿਆਸ ਦਰਿਆ ਦੇ ਵਿਚਕਾਰਲੇ ਇਲਾਕੇ ਗਿਣੇ ਜਾਂਦੇ ਹਨ। ਜੋ ਇਹ ਇਲਾਕੇ ਹਨ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਆਦਿ ਇਲਾਕੇ ਹਨ। ਇਹਨਾਂ ਇਲਾਕਿਆਂ ਨੂੰ ਦੁਆਬੇ ਦਾ ਇਲਾਕਾ ਕਿਹਾ ਜਾਂਦਾ ਹੈ ਅਤੇ ਇਹ ਲੋਕ ਵੱਵੇ ਨੂੰ ਬੱਬਾ ਬੋਲਦੇ ਹਨ। ਜਿਵੇਂ ਆਪਾਂ ਕਹਿੰਦੇ ਹਾਂ ਵਿਆਹ, ਤਾਂ ਇਹ ਵਿਆਹ ਬੋਲਦੇ ਹਨ। ਬਾਜੇ ਨੂੰ ਬਾਜਾ ਆਦਿ ਬੋਲਦੇ ਹਨ। ਉਸ ਤੋਂ ਅਗਲਾ ਜੋ ਖੇਤਰ ਹੈ ਉਹ ਹੈ ਮਾਲਵੇ ਦਾ ਖੇਤਰ ਅਤੇ ਉੱਥੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਮਲਵਈ ਭਾਸ਼ਾ ਕਹਿੰਦੇ ਹਨ। ਇਹ ਮਲਵਈ ਉਪਭਾਸ਼ਾ ਸਤਲੁਜ ਦਰਿਆ ਦੇ ਪਾਰ ਵਾਲੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਸਤਲੁਜ ਦੇ ਪਾਰ ਵਾਲੇ ਇਲਾਕੇ ਹਨ ਜ਼ਿਲ੍ਹਾ ਫਿਰੋਜ਼ਪੁਰ, ਫਰੀਦਕੋਟ, ਮੋਗਾ, ਮੁਕਤਸਰ, ਮਾਨਸਾ, ਬਰਨਾਲਾ, ਸੰਗਰੂਰ, ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਬਠਿੰਡਾ ਅਤੇ ਫਾਜ਼ਿਲਕਾ ਆਦਿ। ਇੱਥੋਂ ਦੇ ਇਲਾਕੇ ਨੂੰ ਮਾਲਵੇ ਦਾ ਇਲਾਕਾ ਆਖਿਆ ਜਾਂਦਾ ਹੈ ਅਤੇ ਇੱਥੋਂ ਦੇ ਲੋਕਾਂ ਨੂੰ ਮਲਵਈ ਕਿਹਾ ਜਾਂਦਾ ਹੈ। ਅਗਲਾ ਜੋ ਖੇਤਰ ਹੈ ਉਪਭਾਸ਼ਾ ਦਾ ਉਹ ਹੈ ਪੁਆਧ ਅਤੇ ਇੱਥੋਂ ਦੇ ਜੋ ਲੋਕ ਹੁੰਦੇ ਹਨ ਉਹਨਾਂ ਨੂੰ ਪੁਆਧੀ ਕਿਹਾ ਜਾਂਦਾ ਹੈ। ਅਤੇ ਪੁਆਧੀ ਉਪਭਾਸ਼ਾ ਦੇ ਜੋ ਖੇਤਰ ਹਨ ਉਹ ਪੰਜਾਬ ਦੇ ਰੋਪੜ ਜ਼ਿਲ੍ਹੇ, ਉਸ ਤੋਂ ਬਾਅਦ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਹਰਿਆਣਾ ਪ੍ਰਾਂਤ ਦੇ ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਆਦਿ ਜ਼ਿਲ੍ਹਿਆਂ ਵਿੱਚ ਵੀ ਬੋਲੀ ਜਾਂਦੀ ਹੈ। ਇਹ ਇਲਾਕਾ ਪੁਆਧ ਦਾ ਇਲਾਕਾ ਅਖਵਾਉਂਦਾ ਹੈ। ਮੁਲਤਾਨੀ ਅਤੇ ਪੋਠੋਹਾਰੀ ਭਾਸ਼ਾ, ਇਹ ਪੱਛਮੀ ਪਾਕਿਸਤਾਨ ਦੇ ਇਲਾਕੇ ਹਨ। ਇੱਥੇ ਇਹ ਬੋਲੀ ਜਾਣ ਵਾਲੀ ਭਾਸ਼ਾ ਮੁਲਤਾਨੀ ਅਤੇ ਪੋਠੋਹਾਰੀ ਕਹਿਲਾਉਂਦੀ ਹੈ। ਉਸ ਤੋਂ ਅੱਗੇ ਤੁਸੀਂ ਦੇਖੋ ਕਿ ਪੰਜਾਬੀ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਪੰਜਾਬੀ ਬੋਲੀ ਇੱਕ ਮਿੱਠੀ ਬੋਲੀ ਹੈ, ਸ਼ੁੱਧ ਭਾਸ਼ਾ ਹੈ ਅਤੇ ਪੰਜਾਬ ਦੇ ਵਿੱਚ ਬੋਲੀ ਜਾਣ ਵਾਲੀ ਇਹ ਪੰਜਾਬੀ ਭਾਸ਼ਾ ਭਾਰਤੀ ਸੰਵਿਧਾਨ ਦੇ ਵਿੱਚ ਪ੍ਰਵਾਨ ਕੀਤੀਆਂ ਗਈਆਂ 22 ਭਾਸ਼ਾਵਾਂ ਵਿੱਚੋਂ ਇੱਕ ਹੈ। ਇਸ ਭਾਸ਼ਾ ਦੀਆਂ ਕੁਝ ਵਿਸ਼ੇਸ਼ਤਾਵਾਂ ਹਨ, ਜਿਵੇਂ ਕਿ ਇਹ ਭਾਸ਼ਾ ਜਿਵੇਂ ਬੋਲੀ ਜਾਂਦੀ ਹੈ ਉਵੇਂ ਹੀ ਲਿਖੀ ਜਾਂਦੀ ਹੈ। ਇਹ ਬਹੁਤ ਹੀ ਸੌਖੀ ਅਤੇ ਸਪਸ਼ਟ ਹੈ, ਕਿਉਂਕਿ
ਤੁਸੀਂ ਦੇਖੋ ਕਿ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਲਿਖਦੇ ਹਾਂ, ਜੇ ਅਸੀਂ ਚੱਚਾ ਪਾਉਣਾ ਹੋਵੇ ਤਾਂ ਉਹਦੇ ਲਈ ਸੀ ਅਤੇ ਐਚ 2 ਅੱਖਰਾਂ ਦਾ ਪ੍ਰਯੋਗ ਹੁੰਦਾ ਹੈ, ਜਦ ਕਿ ਪੰਜਾਬੀ ਦੇ ਵਿੱਚ ਚੱਚਾ ਸਿਰਫ ਇੱਕ ਹੀ ਅੱਖਰ ਹੈ। ਇੱਕ ਹੀ ਅੱਖਰ ਦੇ ਨਾਲ ਸਰ ਜਾਂਦਾ ਹੈ ਸਾਡਾ। ਉਸ ਤੋਂ ਇਲਾਵਾ ਇਸ ਭਾਸ਼ਾ ਵਿੱਚ ਕੁਝ ਅਜਿਹੀਆਂ ਧੁਨੀਆਂ ਹਨ ਜੋ ਸਿਰਫ ਇਸ ਭਾਸ਼ਾ ਵਿੱਚ ਹੀ ਮਿਲਦੀਆਂ ਹਨ, ਜਿਵੇਂ ਘੱਗਾ, ਯਈਆਂ, ਝੱਝਾ, ਢੱਡਾ, ਪੱਬਾ ਅਤੇ ੜਾੜਾ। ਅਗਲੀ ਇਸ ਦੀ ਵਿਸ਼ੇਸ਼ਤਾ ਹੈ ਕਿ ਇਸ ਭਾਸ਼ਾ ਦੀ ਲਿਪੀ ਗੁਰਮੁਖੀ ਹੈ, ਜੋ ਕਿ ਗੁਰੂਆਂ ਦੇ ਦੁਆਰਾ ਇਸ ਭਾਸ਼ਾ ਨੂੰ ਮਾਂਝ ਸਵਾਰ ਕੇ ਸਾਡੇ ਸਾਹਮਣੇ ਅੱਜ ਵਿਕਸਿਤ ਰੂਪ ਵਿੱਚ ਪੇਸ਼ ਕੀਤੀ ਗਈ ਹੈ। ਇਸ ਭਾਸ਼ਾ ਵਿੱਚ ਬੇਸ਼ੁਮਾਰ ਸ਼ਬਦ ਹਨ। ਕੋਈ ਵੀ ਭਾਵ ਐਸਾ ਨਹੀਂ ਜਿਸ ਲਈ ਪੰਜਾਬੀ ਵਿੱਚ ਸ਼ਬਦ ਨਾ ਹੋਵੇ। ਅਸੀਂ ਹਰ ਭਾਵ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਪ੍ਰਗਟ ਕਰਨ ਦੇ ਯੋਗ ਹਾਂ। ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਤੋਂ ਸ਼ਬਦ ਲੈ ਕੇ ਪੰਜਾਬੀ ਅਨੁਸਾਰ ਢਾਲ ਲੈਣ ਦੀ ਆਦਤ ਹੈ। ਅਸੀਂ ਕਿਸੇ ਵੀ ਭਾਸ਼ਾ ਦੇ ਸ਼ਬਦਾਂ ਨੂੰ ਆਪਣੀ ਪੰਜਾਬੀ ਭਾਸ਼ਾ ਦੇ ਅਨੁਸਾਰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਢਾਲ ਲੈਂਦੇ ਹਾਂ। ਅੱਗੇ ਦੇਖੋ, ਮਾਂ ਬੋਲੀ ਜਾਂ ਮਾਤ ਭਾਸ਼ਾ। ਉਹ ਭਾਸ਼ਾ ਜੋ ਅਸੀਂ ਆਪਣੀ ਮਾਂ ਦੇ ਗੋਦ ਵਿੱਚ ਸਿੱਖਦੇ ਹਾਂ, ਉਹ ਭਾਸ਼ਾ ਮਾਤ ਭਾਸ਼ਾ ਜਾਂ ਮਾਤ ਬੋਲੀ ਅਖਵਾਉਂਦੀ ਹੈ। ਹਰ ਪਰਿਵਾਰ ਦੀ ਬੋਲੀ ਉਸ ਬੱਚੇ ਦੀ ਮਾਤ ਭਾਸ਼ਾ ਜਾਂ ਮਾਤ ਬੋਲੀ ਹੀ ਹੁੰਦੀ ਹੈ। ਪੰਜਾਬੀਆਂ ਦੀ ਪੰਜਾਬੀ ਮਾਂ ਬੋਲੀ ਹੈ, ਗੁਜਰਾਤੀਆਂ ਦੀ ਗੁਜਰਾਤੀ ਅਤੇ ਬੰਗਾਲੀਆਂ ਦੀ ਬੰਗਾਲੀ ਭਾਸ਼ਾ ਉਹਨਾਂ ਦੀ ਮਾਂ ਬੋਲੀ ਹੈ। ਇਸੇ ਭਾਸ਼ਾ ਵਿੱਚ ਉਹ ਲੋਰੀਆਂ ਸੁਣਦਾ ਹੈ। ਇਸੇ ਭਾਸ਼ਾ ਵਿੱਚ ਸਾਰੇ ਰੀਤੀ ਰਿਵਾਜ਼ਾਂ ਨੂੰ ਨਿਭਾਉਂਦਾ ਹੈ, ਕਿਉਂਕਿ ਹਰ ਭਾਸ਼ਾ ਦੇ ਆਪਣੇ ਗੀਤ, ਆਪਣੇ ਸੰਗੀਤ ਹੁੰਦੇ ਹਨ। ਰਾਸ਼ਟਰੀ ਜਾਂ ਕੌਮੀ ਭਾਸ਼ਾ। ਕਿਸੇ ਵੀ ਦੇਸ਼ ਦੀ ਕੌਮੀ ਪੱਧਰ ਉੱਤੇ ਪ੍ਰਵਾਨੀ ਗਈ ਭਾਸ਼ਾ ਹੀ ਉਸਦੀ ਕੌਮੀ ਜਾਂ ਰਾਸ਼ਟਰੀ ਭਾਸ਼ਾ ਹੁੰਦੀ ਹੈ। ਦੇਸ਼ ਦਾ ਸਾਰਾ ਕੰਮਕਾਜ ਉਸੇ ਭਾਸ਼ਾ ਵਿੱਚ ਕੀਤਾ ਜਾਂਦਾ ਹੈ। ਹਿੰਦੁਸਤਾਨ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਇਸ ਤੋਂ ਇਲਾਵਾ ਅਸੀਂ ਅੰਤਰਰਾਸ਼ਟਰੀ ਭਾਸ਼ਾ ਵੀ ਸਿੱਖਦੇ ਹਾਂ, ਅਤੇ ਅੰਤਰਰਾਸ਼ਟਰੀ ਭਾਸ਼ਾ ਉਹ ਹੁੰਦੀ ਹੈ ਜਿਸ ਨੂੰ ਦੁਨੀਆ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਮਝਿਆ, ਲਿਖਿਆ ਅਤੇ ਬੋਲਿਆ ਜਾਂਦਾ ਹੈ। ਅੰਗਰੇਜ਼ੀ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਗਿਆ ਹੈ। ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਕੁਝ ਯਾਦ ਰੱਖਣ ਯੋਗ ਗੱਲਾਂ ਵੀ ਹਨ, ਜੋ ਕਿ ਇਸ ਪ੍ਰਕਾਰ ਹਨ। ਬੋਲੀ ਰਾਹੀਂ ਮਨੁੱਖ ਆਪਣੇ ਮਨ ਦੇ ਭਾਵ ਇੱਕ ਦੂਜੇ ਤੱਕ ਪਹੁੰਚਾਉਂਦਾ ਹੈ। ਉਹ ਆਪਣੇ ਸੁੱਖ ਦੁੱਖ, ਖੁਸ਼ੀ ਗਮੀ ਆਦਿ ਦੂਜੇ ਦੇ ਨਾਲ ਬੋਲ ਕੇ ਜਾਂ ਲਿਖ ਕੇ ਸਾਂਝੇ ਕਰਦਾ ਹੈ। ਬੋਲੀ ਦਾ ਵਿਕਾਸ ਮਨੁੱਖ ਦੀ ਬੁੱਧੀ ਦੇ ਸਦਕਾ ਹੀ ਹੋਇਆ ਹੈ, ਕਿਉਂਕਿ ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਕੀਤੀ, ਉਸ ਨੇ ਆਪਣੀ ਭਾਸ਼ਾ ਦਾ ਵੀ ਵਿਕਾਸ ਕੀਤਾ। ਬੋਲੀ 2 ਪ੍ਰਕਾਰ ਦੀ ਹੁੰਦੀ ਹੈ, ਬੋਲਚਾਲ ਦੀ ਭਾਸ਼ਾ ਜਾਂ ਬੋਲਚਾਲ ਦੀ ਬੋਲੀ ਅਤੇ ਲਿਖਤੀ ਜਾਂ ਸਾਹਿਤਕ ਬੋਲੀ। ਬੋਲੀ ਹਰ 12 ਕੋਹ 'ਤੇ ਜਾ ਕੇ ਬਦਲ ਜਾਂਦੀ ਹੈ। ਬੋਲਚਾਲ ਦੀ ਬੋਲੀ ਆਮ ਗੱਲਬਾਤ ਦੀ ਬੋਲੀ ਹੋਣ ਕਰਕੇ ਬਹੁਤੀ ਸ਼ੁੱਧ ਨਹੀਂ ਹੁੰਦੀ, ਕਿਉਂਕਿ ਹਰ ਖੇਤਰ ਦੀ, ਹਰ ਇਲਾਕੇ ਦੀ ਆਪਣੀ ਇੱਕ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਹੈ। ਲਿਖਤੀ ਬੋਲੀ ਸਾਹਿਤਕ ਭਾਸ਼ਾ ਹੋਣ ਕਰਕੇ ਸ਼ੁੱਧ ਅਤੇ ਮਿਆਰੀ ਹੁੰਦੀ ਹੈ। ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ। ਕਿਸੇ ਕੇਂਦਰੀ ਭਾਸ਼ਾ ਤਹਿਤ ਬੋਲੀਆਂ ਜਾਂਦੀਆਂ ਵੱਖ-ਵੱਖ ਬੋਲੀਆਂ ਉਸ ਭਾਸ਼ਾ ਦੀਆਂ ਉਪਭਾਸ਼ਾਵਾਂ ਅਖਵਾਉਂਦੀਆਂ ਹਨ। ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਦੁਆਬੀ, ਮਾਝੀ, ਮਲਵਈ, ਪੁਆਧੀ, ਮੁਲਤਾਨੀ ਅਤੇ ਪੋਠੋਹਾਰੀ ਹਨ। ਭਾਰਤ ਵਿੱਚ 22 ਭਾਸ਼ਾਵਾਂ ਨੂੰ ਸੰਵਿਧਾਨ ਨੇ ਮਾਨਤਾ ਦਿੱਤੀ ਹੈ ਅਤੇ ਜਿਨ੍ਹਾਂ ਵਿੱਚੋਂ ਪੰਜਾਬੀ ਵੀ ਇੱਕ ਭਾਸ਼ਾ ਹੈ। ਤਾਂ ਇਸ ਤਰ੍ਹਾਂ ਅਸੀਂ ਅੱਜ ਪੰਜਾਬੀ ਭਾਸ਼ਾ ਦਾ, ਪੰਜਾਬੀ ਬੋਲੀ ਦਾ ਗਿਆਨ ਪ੍ਰਾਪਤ ਕੀਤਾ। ਆਸ ਕਰਦੀ ਹਾਂ ਕਿ ਤੁਹਾਨੂੰ ਇਹ ਸਾਰਾ ਕੁਝ ਚੰਗੇ ਤਰੀਕੇ ਨਾਲ ਸਮਝ ਆਇਆ ਹੋਵੇਗਾ। ਸ਼ੁਕਰੀਆ।